ਗੁੱਡ ਮਾਰਨਿੰਗ ਜੀ ਸਾਰਿਆਂ ਨੂੰ। ਅੱਜ ਆਪਾਂ ਲੈ ਕੇ ਆਏ ਹਾਂ ਆਪਣਾ 12ਵੀਂ ਕਲਾਸ ਦਾ ਪਹਿਲਾ ਚੈਪਟਰ ਆਫਿਸ ਆਟੋਮੇਸ਼ਨ ਐਂਡ ਟਾਈਪਿੰਗ। ਸੋ ਪਿਆਰੇ ਵਿਦਿਆਰਥੀਓ, ਅੱਜ ਆਪਾਂ ਇਹਦੇ ਬਾਰੇ ਡਿਟੇਲ 'ਚ ਜਾਣਾਂਗੇ ਕਿ ਇਸ ਚੈਪਟਰ ਦੇ ਵਿੱਚ ਸਾਡੇ ਲਈ ਕੀ ਹੈ, ਕਿਸ ਤਰੀਕੇ ਨਾਲ ਆਪਾਂ ਉਹਨੂੰ ਕਰਨਾ ਹੈ। ਸੋ ਕੰਪਿਊਟਰ ਇੱਕ ਬਹੁਤ ਹੀ ਇੰਟਰਸਟਿੰਗ ਸਬਜੈਕਟ ਆ। ਆਪਾਂ ਸਾਰੇ ਇਸ ਨੂੰ ਬਹੁਤ ਪਿਆਰ ਕਰਦੇ ਹਾਂ। ਤਾਂ ਚਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਜਲਦੀ ਨਾਲ ਆਪਣਾ ਪਹਿਲਾ ਚੈਪਟਰ 12ਵੀਂ ਕਲਾਸ ਦੇ ਲਈ ਆਫਿਸ ਆਟੋਮੇਸ਼ਨ ਐਂਡ ਟਾਈਪਿੰਗ। ਸੋ ਪਿਆਰੇ ਵਿਦਿਆਰਥੀਓ, ਇਸ ਲੈਸਨ ਦੇ ਵਿੱਚ ਆਪਣੇ ਲਈ ਜੋ ਅਹਿਮ ਗੱਲਾਂ ਰਹਿਣ ਵਾਲੀਆਂ ਨੇ ਉਹ ਕੀ ਨੇ ਕਿ ਕਿਸ ਤਰੀਕੇ ਨਾਲ ਆਪਾਂ ਆਪਣੇ ਆਫਿਸ ਨੂੰ ਮੈਨੇਜ ਕਰ ਸਕਦੇ ਹਾਂ ਕੰਪਿਊਟਰ ਦੀ ਮਦਦ ਦੇ ਨਾਲ, ਔਰ ਕਿਸ ਤਰ੍ਹਾਂ ਅਸੀਂ ਆਪਣੇ ਆਫਿਸ ਦੇ ਕੰਮਾਂ ਨੂੰ ਹੋਰ ਸੌਖਾ ਬਣਾ ਸਕਦੇ ਹਾਂ। ਸੋ ਇਹਦੇ ਵਿੱਚ ਆਪਾਂ ਕਿਹੜੇ ਜਿਹੜੇ ਐਪਲੀਕੇਸ਼ਨ ਸੌਫਟਵੇਅਰ ਵਰਤਾਂਗੇ ਔਰ ਕਿਸ ਤਰੀਕੇ ਨਾਲ ਸਾਡੇ ਕੰਮ ਨੂੰ ਆਸਾਨ ਬਣਾਏਗਾ, ਇਸ ਦੇ ਬਾਰੇ ਆਪਾਂ ਜਾਣਕਾਰੀ ਲੈਂਦੇ ਹਾਂ। ਤਾਂ ਜਲਦੀ ਨਾਲ ਆਪਾਂ ਆਪਣਾ ਲੈਸਨ ਸ਼ੁਰੂ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਇੰਟਰੋਡਕਸ਼ਨ। Office automation refers to the integration of office functions usually related to managing information, raw data storage, electronic data transfer, and the management of electronic business information comprise the basic activities of an office automation system. It involves using computers and software to digitize, store, process, and the communicate most routine tasks and process in a standard office. Most common and user friendly software and tools in office are word processor and electronic separate sheets. So ਆਪਾਂ ਅੱਜ ਇਸ ਚੈਪਟਰ ਦੇ ਵਿੱਚ ਦੋ ਐਪਲੀਕੇਸ਼ਨ ਸੌਫਟਵੇਅਰ ਬਾਰੇ ਪੜਾਂਗੇ। ਇੱਕ ਹੈ ਵਰਡ ਪ੍ਰੋਸੈਸਰ ਔਰ ਦੂਸਰਾ ਹੈ ਇਲੈਕਟ੍ਰੋਨਿਕ ਸੈਪਰੇਟ ਸ਼ੀਟਸ। ਸੋ ਇਹ ਸਾਡੇ ਜਿਹੜੇ ਆਫਿਸ ਦੇ ਕੰਮ ਨੂੰ ਬਹੁਤ ਹੀ ਆਸਾਨ ਬਣਾ ਦਿੰਦੇ ਨੇ। ਇਹ ਸਾਨੂੰ ਮਤਲਬ ਕਿ ਆਪਾਂ ਆਪਣਾ ਜਿਹੜਾ ਆਫਿਸ ਦਾ ਡਾਟਾ ਹੈ, ਰਾ ਡਾਟਾ ਦੀ ਸਟੋਰੇਜ ਕਰ ਸਕਦੇ ਹਾਂ। ਇਲੈਕਟ੍ਰੋਨਿਕਲੀ ਆਪਾਂ ਆਪਣੇ ਡਾਟਾ ਨੂੰ ਟ੍ਰਾਂਸਫਰ ਕਰ ਸਕਦੇ ਹਾਂ ਔਰ ਅਸੀਂ ਆਪਣੀ ਬਿਜ਼ਨਸ ਇਨਫੋਰਮੇਸ਼ਨ ਨੂੰ ਮੈਨੇਜ ਕਰ ਸਕਦੇ ਹਾਂ ਇਲੈਕਟ੍ਰੋਨਿਕਲੀ। ਇਹ ਆਪਾਂ ਇਸ ਲੈਸਨ ਦੇ ਵਿੱਚ ਵਰਡ ਪ੍ਰੋਸੈਸਰ ਤੇ ਜਿਹੜੀ ਸੈਪਰੇਟ ਸ਼ੀਟ ਦੀ ਮਦਦ ਦੇ ਨਾਲ ਕਿੱਦਾਂ ਕਰਾਂਗੇ, ਇਹਦੇ ਬਾਰੇ ਅੱਜ ਆਪਾਂ ਹੁਣ ਸਿੱਖਦੇ ਹਾਂ। ਸੋ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਦੇ ਹਾਂ ਵਰਡ ਪ੍ਰੋਸੈਸਰ। A word processor is a software that allows user to create, edit and print document. ਸੋ ਤਿੰਨ ਚੀਜ਼ਾਂ ਨੇ ਜੀ ਇਹਦੇ ਵਿੱਚ ਸਾਡੇ ਲਈ। ਇੱਕ ਤਾਂ ਕ੍ਰੀਏਟ ਕਰ ਸਕਦੇ ਹਾਂ ਆਪਾਂ ਆਪਣੇ ਡਾਕੂਮੈਂਟ ਨੂੰ, ਐਡਿਟ ਕਰ ਸਕਦੇ ਹਾਂ ਔਰ ਐਡਿਟ ਕਰਨ ਤੋਂ ਬਾਅਦ ਜਦੋਂ ਸਾਡਾ ਡਾਕੂਮੈਂਟ ਫਾਈਨਲੀ ਤਿਆਰ ਹੋ ਜਾਂਦਾ ਤੇ ਆਪਾਂ ਉਹਦਾ ਹਾਰਡ ਕਾਪੀ ਵੀ ਤਿਆਰ ਕਰ ਸਕਦੇ ਹਾਂ, ਪੇਪਰ ਤੇ ਉਸਦਾ ਪ੍ਰਿੰਟ ਆਊਟ ਵੀ ਲੈ ਸਕਦੇ ਹਾਂ। It enables us to write text, store it electronically, display it on a screen, modify it by entering commands and characters from the keyword and print it. ਸੋ ਆਪਾਂ ਆਪਣੀ ਕੀਬੋਰਡ ਦੀ ਮਦਦ ਦੇ ਨਾਲ ਉਸ ਦੀਆਂ ਕਮਾਂਡਸ ਦੇ ਕੇ ਆਪਣੇ ਡਾਟਾ ਨੂੰ ਲਿਖਦੇ ਹਾਂ ਔਰ ਉਸ ਨੂੰ ਇਲੈਕਟ੍ਰੋਨਿਕਲੀ ਸਟੋਰ ਕਰ ਸਕਦੇ ਹਾਂ, ਸਕਰੀਨ ਦੇ ਉੱਤੇ ਦੇਖ ਸਕਦੇ ਹਾਂ ਔਰ ਮੋਡੀਫਾਈ ਵੀ ਕਰ ਸਕਦੇ ਹਾਂ ਬਾਅਦ ਦੇ ਵਿੱਚ ਡਿਫਰੈਂਟ ਕਮਾਂਡਸ ਦੀ ਵਰਤੋਂ ਦੇ ਨਾਲ, ਔਰ ਆਪਾਂ ਉਸ ਦਾ ਪ੍ਰਿੰਟ ਆਊਟ ਵੀ ਲੈ ਸਕਦੇ ਹਾਂ। ਸੋ ਇਹਦੇ ਵਿੱਚ ਅੱਗੇ ਚੱਲਦੇ ਹਾਂ MS Word. In previous classes, we have already studied about various features of MS Word, such as creating, editing, and formatting a document, inserting table, picture, used of feature of email merge, spell check, and the three-year, etc. And also learned to create a resume document. Microsoft Word can used for following. ਸੋ ਆਪਾਂ ਪਰਪਸ ਬਾਅਦ ਚ ਦੇਖਦੇ ਹਾਂ, ਪਹਿਲਾਂ ਆਪਾਂ ਇਸ ਪੈਰੇ ਨੂੰ ਸਮਝਦੇ ਹਾਂ। ਇਸ ਦੇ ਵਿੱਚ ਉਸਨੇ ਸਾਨੂੰ ਇਹ ਗੱਲ ਕਹੀ ਹੈ ਕਿ ਆਪਾਂ MS Word ਦੇ ਵਿੱਚ ਆਪਣੇ ਡਾਕੂਮੈਂਟ ਨੂੰ ਕ੍ਰੀਏਟ ਕਰ ਸਕਦੇ ਹਾਂ, ਐਡਿਟ ਕਰ ਸਕਦੇ ਹਾਂ, ਫਾਰਮੈਟ ਕਰ ਸਕਦੇ ਹਾਂ ਔਰ ਫਾਰਮੈਟਿੰਗ ਤੋਂ ਇਲਾਵਾ ਆਪਾਂ ਆਪਣੇ ਡਾਕੂਮੈਂਟਸ ਦੇ ਵਿੱਚ ਟੇਬਲ ਇਨਸਰਟ ਕਰ ਸਕਦੇ ਹਾਂ, ਪਿਕਚਰਸ ਇਨਸਰਟ ਕਰ ਸਕਦੇ ਹਾਂ। ਮੇਲ ਮਰਜ ਦੇ ਥਰੂ ਆਪਾਂ ਇੱਕ ਕਾਪੀ ਨੂੰ ਕਈ ਲੋਕਾਂ ਨੂੰ ਮੇਲ ਕਰ ਸਕਦੇ ਹਾਂ। ਸਪੈਲਿੰਗ ਚੈੱਕ ਦੀ ਪ੍ਰੋਵੀਜ਼ਨ ਸਾਡੇ ਕੋਲ MS Word ਦੇ ਵਿੱਚ ਆ ਜਾਂਦੀ ਹੈ ਔਰ ਇਸ ਤਰੀਕੇ ਦੇ ਨਾਲ ਆਪਾਂ ਇਹਦੇ ਵਿੱਚ ਆਪਣੇ ਜਿਹੜੇ ਹੈਗੇ ਡਾਕੂਮੈਂਟਸ ਤਿਆਰ ਕਰ ਸਕਦੇ ਹਾਂ। ਸੋ ਕੀ ਪਰਪਸ ਹੈ ਰਹਿਣ ਵਾਲਾ ਜੀ ਇਹਦਾ, ਫੋਲੋਇੰਗ ਆਪਾਂ ਇਹਦਾ ਪੜ੍ਹਦੇ ਹਾਂ ਕਿ ਇਹਦੇ ਅੱਗੇ ਸਾਨੂੰ ਕੀ ਪਰਪਸ ਨੇ MS Word ਨੂੰ ਯੂਜ਼ ਕਰਨ ਦੇ। ਟੂ ਕ੍ਰੀਏਟ ਬਿਜ਼ਨਸ ਡਾਕੂਮੈਂਟਸ, ਤੋਂ ਜਿਸ ਤਰ੍ਹਾਂ ਕਿ ਪਰਸਨਲ ਵੀ, ਬਿਜ਼ਨਸ ਔਰ ਪਰਸਨਲ ਬੋਥ ਕਰ ਸਕਦੇ ਹਾਂ ਆਪਾਂ। ਦੋਨੋਂ ਤਰ੍ਹਾਂ ਦੇ ਡਾਕੂਮੈਂਟ ਆਪਾਂ ਇਹਦੇ ਵਿੱਚ ਤਿਆਰ ਕਰ ਸਕਦੇ ਹਾਂ ਕਿਉਂਕਿ ਆਪਾਂ ਇਹਦੇ ਵਿੱਚ ਗ੍ਰਾਫਿਕਸ ਇਨਕਲੂਡਿੰਗ ਹੈ। ਕਿਉਂਕਿ ਆਪਾਂ ਪਹਿਲਾਂ ਗੱਲ ਕੀਤੀ ਹੈ, ਆਪਾਂ ਇਹਦੇ ਵਿੱਚ ਪਿਕਚਰਸ, ਚਾਰਟਸ ਅਤੇ ਡਾਇਗਰਾਮਸ ਇਨਸਰਟ ਕਰ ਸਕਦੇ ਹਾਂ, ਜਿਹਦੇ ਕਰਕੇ ਗ੍ਰਾਫਿਕਲ ਆਪਾਂ ਇਹਦੇ ਵਿੱਚ ਮਤਲਬ ਗ੍ਰਾਫਿਕਲੀ ਡਾਕੂਮੈਂਟਸ ਨੂੰ ਆਪਾਂ ਬਣਾ ਸਕਦੇ ਹਾਂ। ਸੋ ਇਸ ਕਰਕੇ ਇਹਦਾ ਆਪਾਂ ਬਿਜ਼ਨਸ ਪਰਪਸ ਦੇ ਨਾਲ ਬਿਜ਼ਨਸ ਡਾਕੂਮੈਂਟ ਤਿਆਰ ਕਰ ਸਕਦੇ ਹਾਂ। ਟੂ ਸਟੋਰ ਐਂਡ ਰੀਜ਼ਿਊਮ ready-made content and formatted elements such as cover page and sidebars. ਸੋ ਸਮਟਾਈਮਸ ਆਪਾਂ ਨੂੰ ਇੱਦਾਂ ਦੀ ਕੋਈ ਜ਼ਰੂਰਤ ਹੋਵੇ
ਕਿ ਆਪਾਂ ਕੋਈ ਕੰਟੈਂਟ ਜਿਹੜਾ ਹੈਗਾ ਉਹ ਤਿਆਰ ਕਰਕੇ ਰੱਖਣਾ ਔਰ ਉਹਨੂੰ ਬਾਰ-ਬਾਰ ਯੂਜ਼ ਕਰਨਾ। ਉਦਾਹਰਨ ਦਿੰਦਾ ਵਾਂ ਜੀ, ਜਿਸ ਤਰ੍ਹਾਂ ਕਿ ਨਾਲ ਜੇ ਮੰਨ ਲਓ ਆਪਾਂ ਕੋਈ ਇੱਕ ਐਪਲੀਕੇਸ਼ਨ ਲਿਖ ਕੇ ਇੱਕ ਵਾਰ ਆਪਾਂ ਟਾਈਪ ਕਰਕੇ ਕੰਪਿਊਟਰ ਦੇ ਵਿੱਚ ਰੱਖ ਲੈਂਦੇ ਆ, ਤਾਂ ਜੇ ਆਪਾਂ ਨੂੰ ਉਹਦੀ ਦੁਬਾਰਾ ਕਿਤੇ ਲੋੜ ਪੈਂਦੀ ਆ ਔਰ ਫਿਰ ਆਪਾਂ ਉਹਨੂੰ ਮਾੜੀ ਮੋਟੀ ਚੇਂਜ ਕਰਕੇ ਜਿੰਨੀ ਕਿ ਸਾਨੂੰ ਚੇਂਜ ਦੀ ਲੋੜ ਆ ਆਪਾਂ ਉਹਨੂੰ ਦੁਬਾਰਾ ਯੂਜ਼ ਕਰ ਸਕਦੇ ਹਾਂ। ਤਾਂ ਇਸ ਤਰੀਕੇ ਨਾਲ ਆਪਾਂ ਜੇ ਇੱਕ ਵਾਰੀ ਕੋਈ ਡਾਕੂਮੈਂਟ ਤਿਆਰ ਕਰਕੇ ਆਪਣੇ ਕੰਪਿਊਟਰ 'ਚ ਸੇਵ ਕਰਕੇ ਰੱਖ ਲੈਂਦੇ ਆ ਤਾਂ ਉਹ ਸਾਨੂੰ ਆਪਾਂ ਉਹਦੇ ਬਾਰ-ਬਾਰ ਵਰਤੋਂ ਵੀ ਕਰ ਸਕਦੇ ਹਾਂ। ਇਸੇ ਤਰੀਕੇ ਨਾਲ ਜੀ ਇਹਦੇ ਵਿੱਚ ਆਪਾਂ ਟੂ ਕ੍ਰੀਏਟ ਲੈਟਰ ਹੈਡਸ ਫॉर ਪਰਸਨਲ ਐਂਡ ਬਿਜ਼ਨਸ ਪਰਪਸ, ਆਪਾਂ ਇਸੇ ਤਰੀਕੇ ਨਾਲ ਇਹਦੇ ਵਿੱਚ ਲੈਟਰ ਹੈਡ ਤਿਆਰ ਕਰ ਸਕਦੇ ਹਾਂ। ਟੂ ਡਿਜ਼ਾਈਨ ਡਿਫਰੈਂਟ ਡਾਕੂਮੈਂਟਸ ਸੱਚ ਐਜ਼ ਰਿਜ਼ਿਊਮ ਐਂਡ ਇਨਵੀਟੇਸ਼ਨ ਕਾਰਡਸ, ਅਸੀਂ ਆਪਣਾ ਬਾਇਓਡਾਟਾ ਆਪਣਾ ਰਿਜ਼ਿਊਮੇ ਵੀ ਤਿਆਰ ਕਰ ਸਕਦੇ ਹਾਂ ਔਰ ਆਪਾਂ ਕਿਸੇ ਨੂੰ ਇਨਵੀਟੇਸ਼ਨ ਕਾਰਡ ਜੇ ਆਪਾਂ ਦਿੰਦੇ ਹਾਂ ਤੇ ਆਪਾਂ ਉਹਦਾ ਇਨਵੀਟੇਸ਼ਨ ਕਾਰਡ ਵੀ ਆਪਾਂ MS Word ਦੀ ਵਰਤੋਂ ਨਾਲ ਤਿਆਰ ਕਰ ਸਕਦੇ ਹਾਂ। Microsoft Word allow us to create professional quality document, reports, letters and resumes. Unlike a plain text editor, Microsoft Word had features including spell check, grammar check, text and font formatting, HTML support, image support, advanced page layout and the many more settings. So my dear friends, ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸ ਪਾ ਰਿਹਾ ਵਾਂ ਕਿ ਇੱਕ ਆਮ ਐਡੀਟਰ ਦੇ ਨਾਲੋਂ ਜਿਹੜਾ ਆਪਾਂ ਵਰਡ ਦੇ ਲਈ ਯੂਜ਼ ਕਰਦੇ ਹਾਂ, ਡਾਕੂਮੈਂਟ ਲਈ ਯੂਜ਼ ਕਰਦੇ ਹਾਂ, MS Word ਕਿਤੇ ਜ਼ਿਆਦਾ ਪਾਵਰਫੁਲ ਹੈ ਕਿਉਂਕਿ ਇਹਦੇ ਵਿੱਚ ਆਪਣੇ ਕੋਲ ਸਪੈਲ ਚੈੱਕ ਦੀ ਪ੍ਰੋਵੀਜ਼ਨ ਹੈ, ਗ੍ਰਾਮਰ ਚੈੱਕ ਦੀ ਪ੍ਰੋਵੀਜ਼ਨ ਹੈ ਔਰ ਆਪਾਂ ਟੈਕਸਟ ਨੂੰ, ਫੌਂਟ ਨੂੰ ਆਪਣੇ ਤਰੀਕੇ ਨਾਲ ਉਹਨੂੰ ਆਪਾਂ ਫਾਰਮੈਟ ਕਰ ਸਕਦੇ ਹਾਂ, ਡਿਜ਼ਾਈਨ ਕਰ ਸਕਦੇ ਹਾਂ, ਸਾਨੂੰ ਇਮੇਜ ਸਪੋਰਟ ਮਿਲ ਜਾਂਦੀ ਆ, ਅਸੀਂ ਇਹਦੇ ਵਿੱਚ ਚਾਰਟ, ਡਾਇਗਰਾਮਸ ਬਣਾ ਸਕਦੇ ਹਾਂ। ਤੁਸੀਂ ਇਹ ਸਾਰੇ ਫੀਚਰਸ ਜਿਹੜੇ ਨੇ ਇਹ ਆਮ ਡਾਕੂਮੈਂਟ ਐਡੀਟਰ ਨਾਲੋਂ ਇਹਨੂੰ ਵੱਖਰਾ ਕਰ ਦਿੰਦੇ ਨੇ। ਸੋ ਨੈਕਸਟ ਸਾਡੇ ਕੋਲ ਪੁਆਇੰਟ ਹੈ ਡਾਕੂਮੈਂਟ ਰਾਈਟਿੰਗ ਐਂਡ ਐਡੀਟਿੰਗ ਇਨ MS Word। ਕਿਸ ਤਰੀਕੇ ਨਾਲ ਆਪਾਂ ਡਾਕੂਮੈਂਟ ਨੂੰ ਲਿਖਣਾ ਹੈ ਔਰ ਉਹਨੂੰ ਐਡਿਟ ਕਰ ਸਕਦੇ ਹਾਂ ਉਹਦੇ ਬਾਰੇ ਜਾਣਦੇ ਹਾਂ। Editing a Word file is one of the most basic MS Office Word operation. Editing a Word file means making changes in the text contained in the existing document. Everyone needs to edit a Word document at some points and other to incorporate the changes which may rise from time to time. ਸੋ ਆਪਾਂ ਆਪਣੇ ਜ਼ਰੂਰਤ ਦੇ ਅਕੋਰਡਿੰਗ ਆਪਾਂ ਇਹਦੇ ਵਿੱਚ ਚੇਂਜਸ ਲਿਆ ਸਕਦੇ ਹਾਂ। ਕਿਸ ਤਰੀਕੇ ਨਾਲ ਕਰਦੇ ਹਾਂ ਅੱਗੇ ਦੇਖਦੇ ਹਾਂ। ਐਡੀਟਿੰਗ ਅ ਵਰਡ ਡਾਕੂਮੈਂਟ ਕਵਰ these basic concepts. First of all is adding new text. ਸੋ ਆਪਾਂ ਨਵਾਂ ਟੈਕਸਟ ਕੋਈ ਐਡ ਕਰਨਾ ਹੋਵੇ ਤਾਂ ਉਹਦੇ ਲਈ ਆਪਾਂ ਕਿਸ ਤਰੀਕੇ ਨਾਲ ਕਰ ਸਕਦੇ ਹਾਂ। ਟੂ ਐਡ ਟੈਕਸਟ ਇਨ ਅ ਡਾਕੂਮੈਂਟ, ਪਲੇਸ ਦਾ ਕਰਸਰ ਐਟ ਦਾ ਰਿਕੁਆਇਰਡ ਪੋਰਸ਼ਨ ਐਂਡ ਸਟਾਰਟ ਟਾਈਪ। ਸੋ ਮੰਨ ਲਓ ਆਪਣੇ ਕੋਲ ਇੱਕ ਡਾਕੂਮੈਂਟ ਹੈ, ਆਪਾਂ ਉਹਦੇ ਵਿੱਚ ਕੋਈ ਨਵੀਂ ਚੀਜ਼ ਲਿਖਣਾ ਚਾਹੁੰਦੇ ਹਾਂ ਤਾਂ ਜਿਸ ਜਗ੍ਹਾ ਤੇ ਆਪਾਂ ਉਹਨੂੰ ਲਿਖਣਾ ਹੈ ਆਪਣੇ ਮਾਊਸ ਦੇ ਨਾਲ ਆਪਾਂ ਕਰਸਰ ਨੂੰ ਉੱਥੇ ਲੈ ਕੇ ਜਾਵਾਂਗੇ ਔਰ ਸਿੰਪਲ ਉੱਤੇ ਕਲਿੱਕ ਕਰਾਂਗੇ। ਜਦੋਂ ਆਪਾਂ ਉੱਤੇ ਕਲਿੱਕ ਕਰਾਂਗੇ ਸਾਡਾ ਕਰਸਰ ਉੱਥੇ ਬਲਿੰਕ ਕਰਨਾ ਸ਼ੁਰੂ ਕਰੇਗਾ ਔਰ ਜਿਸ ਤਰ੍ਹਾਂ ਹੀ ਆਪਾਂ ਉਸ ਤੋਂ ਬਾਅਦ ਕੀਬੋਰਡ ਨਾਲ ਟਾਈਪਿੰਗ ਸ਼ੁਰੂ ਕਰਦੇ ਹਾਂ ਸਾਡਾ ਟੈਕਸਟ ਉੱਤੇ ਲਿਖਣਾ ਸ਼ੁਰੂ ਹੋ ਜਾਂਦਾ। ਨੈਕਸਟ ਹੈ ਡਿਲੀਟਿੰਗ ਅ ਪਾਰਟ ਆਫ ਟੈਕਸਟ। ਜੇ ਮੰਨ ਲਓ ਆਪਾਂ ਨੂੰ ਕੋਈ ਅਨਰਿਕੁਆਇਰਡ ਪੋਰਸ਼ਨ ਹੈ ਵਿੱਚੋਂ ਉਹਨੂੰ ਆਪਾਂ ਡਿਲੀਟ ਕਰਨਾ ਚਾਹੁੰਦੇ ਹਾਂ ਤਾਂ ਉਹਦੇ ਲਈ ਕੀ ਪ੍ਰੋਵੀਜ਼ਨ ਹੈ ਸਾਡੇ ਕੋਲ। ਸਿਲੈਕਟ ਦਾ ਟੈਕਸਟ ਦੈਟ ਯੂ ਵਾਂਟ ਟੂ ਡਿਲੀਟ। ਆਪਾਂ ਕੀ ਕਰਨਾ, ਆਪਾਂ ਉਨੇ ਕੇ ਪੋਰਸ਼ਨ ਨੂੰ ਸਿਲੈਕਟ ਕਰਨਾ ਜਿੰਨੇ ਨੂੰ ਆਪਾਂ ਡਿਲੀਟ ਕਰਨਾ ਹੈ। ਜਦੋਂ ਆਪਾਂ ਮਾਊਸ ਦੀ ਮਦਦ ਦੇ ਨਾਲ ਉਹਨੂੰ ਸਿਲੈਕਟ ਕਰਦੇ ਹਾਂ ਜਾਂ ਕੀਬੋਰਡ ਦੀ ਮਦਦ ਨਾਲ ਉਹਨੂੰ ਸਿਲੈਕਟ ਕਰਦੇ ਹਾਂ, ਸਿਲੈਕਟ ਕਰਨ ਤੋਂ ਬਾਅਦ ਆਪਾਂ ਆਪਣੇ ਡਿਲੀਟ ਬਟਨ ਜਾਂ ਬੈਕ ਸਪੇਸ ਬਟਨ ਦੀ ਵਰਤੋਂ ਕਰਕੇ ਉਸਨੂੰ ਡਿਲੀਟ ਕਰ ਸਕਦੇ ਹਾਂ। ਨੈਕਸਟ ਸਾਡੇ ਕੋਲ ਹੈ ਕਾਪੀ ਪੇਸਟ ਅ ਟੈਕਸਟ। ਸੋ ਕਾਪੀ ਪੇਸਟ ਦੀ ਪ੍ਰੋਵੀਜ਼ਨ ਨੂੰ ਕਿਸ ਤਰੀਕੇ ਨਾਲ ਆਪਾਂ ਕਰ ਸਕਦੇ ਹਾਂ। ਜਿਸ ਡਾਕੂਮੈਂਟ ਦੇ ਜਿਸ ਪੋਰਸ਼ਨ ਨੂੰ ਆਪਾਂ ਕਾਪੀ ਕਰਨਾ ਚਾਹੁੰਦੇ ਹਾਂ, ਸਭ ਤੋਂ ਪਹਿਲਾਂ ਆਪਾਂ ਉਹਨੂੰ ਸਿਲੈਕਟ ਕਰਦੇ ਹਾਂ ਮਾਊਸ ਜਾਂ ਕੀਬੋਰਡ ਦੀ ਮਦਦ ਨਾਲ। ਸਿਲੈਕਟ ਕਰਨ ਤੋਂ ਬਾਅਦ ਆਪਣੇ ਕੋਲ ਦੋ ਤਰੀਕੇ ਨੇ, ਆਪਾਂ ਕੀਬੋਰਡ ਦੀ ਮਦਦ ਨਾਲ ਸ਼ਾਰਟਕਟ ਕੀਜ਼ ਜਿੱਦਾਂ ਕਿ ਕਾਪੀ ਕਰਨ ਲਈ Ctrl+C ਤੇ ਪੇਸਟ ਕਰਨ ਲਈ Ctrl+V ਦੀ ਵਰਤੋਂ ਕਰ ਸਕਦੇ ਹਾਂ। ਅਦਰਵਾਈਜ਼ ਆਪਾਂ ਕਰਸਰ ਮਾਊਸ ਦੀ ਮਦਦ ਦੇ ਨਾਲ ਕਰਸਰ ਨੂੰ ਉੱਥੇ ਰੱਖ ਕੇ ਉਹਨੇ ਪੋਰਸ਼ਨ ਨੂੰ ਸਿਲੈਕਟ ਕਰਨ ਤੋਂ ਬਾਅਦ ਆਪਾਂ ਮਾਊਸ ਦੇ ਨਾਲ ਰਾਈਟ ਕਲਿੱਕ ਕਰਦੇ ਹਾਂ, ਸਾਡੇ ਕੋਲ ਪੌਪਅਪ ਮੈਨੂ ਖੁੱਲਦਾ, ਉਹਦੇ ਵਿੱਚ ਕਾਪੀ ਦੀ ਆਪਸ਼ਨ ਨੂੰ ਸਿਲੈਕਟ ਕਰਦੇ ਹਾਂ ਔਰ ਕਾਪੀ ਦੀ ਆਪਸ਼ਨ ਸਿਲੈਕਟ ਕਰਨ ਤੋਂ ਬਾਅਦ ਉਹਨੇ ਡਾਕੂਮੈਂਟ ਨੂੰ ਕਾਪੀ ਕਰ ਦਿੰਦਾ ਉਹਨੇ ਪੋਰਸ਼ਨ ਨੂੰ ਔਰ ਦੈਨ ਉਸ ਤੋਂ ਬਾਅਦ ਆਪਾਂ ਜਿੱਥੇ ਪੇਸਟ ਕਰਨਾ ਕਰਸਰ ਨੂੰ ਉੱਥੇ ਰੱਖ ਕੇ ਫਿਰ ਰਾਈਟ ਕਲਿੱਕ ਕਰਦੇ ਹਾਂ ਔਰ ਪੇਸਟ ਆਪਸ਼ਨ ਚੂਜ਼ ਕਰਦੇ ਹਾਂ ਤਾਂ ਸਾਡਾ ਉਹ ਟੈਕਸਟ ਜਿਹੜਾ ਵਾ ਉਸ ਜਗ੍ਹਾ ਤੇ ਪੇਸਟ ਹੋ ਜਾਂਦਾ। ਸੋ ਨੈਕਸਟ ਹੈ ਸਾਡੇ ਕੋਲ ਮੂਵਿੰਗ ਟੈਕਸਟ। ਮੰਨ ਲਓ ਆਪਾਂ ਕਿਸੇ ਟੈਕਸਟ ਨੂੰ ਇੱਕ ਥਾਂ ਤੋਂ ਦੂਸਰੀ ਥਾਂ ਤੇ ਲੈ ਕੇ ਜਾਣਾ ਹੈ ਤਾਂ ਦੈਨ ਆਪਾਂ ਉਹਦੇ ਲਈ ਕੱਟ ਪੇਸਟ ਦੀ ਵਰਤੋਂ ਕਰਦੇ ਹਾਂ। ਸੋ ਕੱਟ ਪੇਸਟ ਦੇ ਲਈ ਜਿੱਦਾਂ ਕਾਪੀ ਦੇ ਲਈ ਆਪਾਂ Ctrl+C ਦੀ ਕਮਾਂਡ ਯੂਜ਼ ਕਰਦੇ ਸੀ ਸ਼ਾਰਟਕਟ ਕੀਜ਼ ਦੇ ਲਈ। ਸਿਮਿਲਰਲੀ ਜੇ ਆਪਾਂ ਕੱਟ ਕਰਨਾ ਹੋਵੇ ਤੇ Ctrl+X ਦੇ ਨਾਲ ਆਪਾਂ ਉਸ ਟੈਕਸਟ ਨੂੰ ਕੱਟ ਕਰ ਸਕਦੇ ਹਾਂ ਔਰ ਪੇਸਟ ਕਰਨ ਲਈ ਸੇਮ ਉਹੀ ਪਹਿਲਾਂ ਵਾਲਾ ਪ੍ਰੋਸੀਜਰ Ctrl+V ਦੇ ਨਾਲ ਆਪਾਂ ਉਹਨੂੰ ਪੇਸਟ ਕਰ ਸਕਦੇ ਹਾਂ। ਸਿਮਿਲਰਲੀ ਇਹੀ ਪ੍ਰੋਸੀਜਰ ਆਪਣੇ ਕੋਲ ਮਾਊਸ ਦੇ ਨਾਲ ਹੈ। ਜੇ ਆਪਾਂ ਮਾਊਸ ਨਾਲ
ਚਾਹੁੰਦੇ ਆ ਤਾਂ ਕਿਸੇ ਪੋਰਸ਼ਨ ਨੂੰ ਆਪਾਂ ਸਿਲੈਕਟ ਕਰੀਏ, ਰਾਈਟ ਕਲਿੱਕ ਕਰਾਂਗੇ, ਸਾਡੇ ਕੋਲ ਕੱਟ ਦੀ ਆਪਸ਼ਨ ਆਏਗੀ, ਕੱਟ ਕਰਕੇ ਫਿਰ ਜਿਸ ਜਗ੍ਹਾ ਤੇ ਵੀ ਉਸ ਟੈਕਸਟ ਨੂੰ ਰੱਖਣਾ ਹੈ ਉੱਥੇ ਲਿਜਾ ਕੇ ਆਪਾਂ ਉਹਨੂੰ ਪੇਸਟ ਕਰ ਦਿੰਦੇ ਆ। ਨੈਕਸਟ ਹੈ ਸਾਡੇ ਕੋਲ ਫਾਰਮੈਟਿੰਗ ਟੈਕਸਟ। ਜੇ ਆਪਾਂ ਟੈਕਸਟ ਨੂੰ ਫਾਰਮੈਟ ਕਰਨਾ ਚਾਹੁੰਦੇ ਹਾਂ ਤਾਂ ਇਹਦੇ ਵਿੱਚ ਕੀ ਕੀਤਾ ਜਾਂਦਾ, ਫਾਰਮੈਟਿੰਗ ਰੈਫਰਸ ਟੂ ਦਾ ਚੇਂਜਿੰਗ ਦਾ ਫੌਂਟ ਸਟਾਈਲ, ਸਾਈਜ਼ and color, bold, underline, italic and other related parameters. We can also use as format painter option available at home tab to apply existing format to other text. To clear the existing format on the text, we can also use to clear format option available at the home tab ribbon. So guys, ਜਿੱਦਾਂ ਕਿ ਆਪਾਂ ਨੂੰ ਟੈਕਸਟ ਮਤਲਬ ਜੋ ਆਪਾਂ ਪੜ੍ਹਿਆ ਆਪਾਂ ਨੂੰ ਕਲੀਅਰ ਹੋ ਰਿਹਾ ਹੈ ਕਿ ਕਿਸ ਤਰੀਕੇ ਨਾਲ ਆਪਾਂ ਕਰਨਾ। ਆਪਾਂ ਫਾਰਮੈਟਿੰਗ ਦੇ ਵਿੱਚ ਕਰ ਕੀ ਸਕਦੇ ਹਾਂ, ਆਪਾਂ ਫੌਂਟ ਦਾ ਸਟਾਈਲ ਬਦਲ ਸਕਦੇ ਹਾਂ, ਉਹਦੇ ਸਾਈਜ਼ ਨੂੰ ਬਦਲ ਸਕਦੇ ਹਾਂ, ਉਹਦੇ ਕਲਰ ਨੂੰ ਬਦਲ ਸਕਦੇ ਹਾਂ, ਉਹਨੂੰ ਬੋਲਡ ਕਰ ਸਕਦੇ ਹਾਂ, ਉਹਨੂੰ ਇਟੈਲਿਕ ਕਰ ਸਕਦੇ ਹਾਂ, ਉਹਨੂੰ ਅੰਡਰਲਾਈਨ ਕਰ ਸਕਦੇ ਹਾਂ। ਇਸ ਤਰੀਕੇ ਨਾਲ ਹੋਰ ਵੀ ਕਈ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਇਹਦੇ ਵਿੱਚ ਕਰ ਸਕਦੇ ਹਾਂ। ਤੇ ਇਹ ਸਾਰਾ ਕੁਝ ਕਿੱਥੋਂ ਹੁੰਦਾ, ਇਹ ਸਾਡੇ ਕੋਲ ਜਿਹੜਾ ਫਾਰਮੈਟ ਟੈਬ ਹੈ ਜਿਹੜੀ ਸਾਡੇ ਕੋਲ ਰਿਬਨ ਦੇ ਉੱਤੇ ਸ਼ੋ ਹੋ ਰਹੀ ਹੁੰਦੀ ਆ, ਉਸ ਦੇ ਥਰੂ ਆਪਾਂ ਇਹਨੂੰ ਕਰ ਸਕਦੇ ਹੁੰਦੇ ਆ। ਨੈਕਸਟ ਸਾਡੇ ਕੋਲ ਇਹਦੇ ਵਿੱਚ ਹੈ ਅਲਾਈਨਮੈਂਟ। ਸੋ ਅਲਾਈਨਮੈਂਟ ਕੀ ਹੈ ਵੀ ਕਿਸੇ ਚੀਜ਼ ਨੂੰ ਆਪਾਂ ਕਿਸ ਤਰੀਕੇ ਦੇ ਨਾਲ ਰੱਖਣਾ ਹੈ, ਉਹਦੀ ਅਲਾਈਨਮੈਂਟ ਕਿਸ ਤਰ੍ਹਾਂ ਰੱਖਣੀ ਹੈ। ਵੈਦਰ ਵੀ ਆ ਕਿ ਅਸੀਂ ਚਾਹੁੰਦੇ ਹਾਂ ਕਿ ਸਾਡਾ ਜਿਹੜਾ ਟੈਕਸਟ ਆ ਉਹ ਰਾਈਟ ਸਾਈਡ ਤੋਂ ਸ਼ੁਰੂ ਹੋਵੇ, ਜਾਂ ਉਹ ਲੈਫਟ ਸਾਈਡ ਤੋਂ ਸ਼ੁਰੂ ਹੋਵੇ, ਜਾਂ ਉਹ ਸੈਂਟਰ ਦੇ ਵਿੱਚ ਰਵੇ, ਜਾਂ ਉਹ ਨਿਊਜ਼ਪੇਪਰ ਦੇ ਵਾਂਗੂ ਪੂਰਾ ਸਾਰੇ ਪਾਸਿਓਂ ਕਵਰ ਕਰੇ, ਜਿਹਨੂੰ ਆਪਾਂ ਜਸਟੀਫਾਈ ਕਹਿੰਦੇ ਹਾਂ। ਸੋ ਇਹ ਇਸ ਤਰ੍ਹਾਂ ਦੀਆਂ ਸਾਡੇ ਕੋਲ ਅਲਾਈਨਮੈਂਟ, 4 ਤਰ੍ਹਾਂ ਦੀਆਂ ਅਲਾਈਨਮੈਂਟ ਸਾਡੇ ਕੋਲ ਇਹਦੇ ਵਿੱਚ ਹੁੰਦੀਆਂ ਨੇ। ਅਲਾਈਨਮੈਂਟ ਡਿਟਰਮਾਈਨ ਦਾ ਅਪੀਅਰੈਂਸ ਐਂਡ ਦਾ ਓਰੀਐਂਟੇਸ਼ਨ of the edge of the text of paragraph. There are 4 types of paragraph alignment. You can set within word, left, right, center and justify. So ਇਹ ਸਾਡੇ ਕੋਲ alignments ਦੀਆਂ ਕਿਸਮਾਂ ਨੇ। line spacing, so very important line spacing, because we want ਕਿ ਵੀ ਅਸੀਂ ਇੱਕ ਲਾਈਨ ਤੋਂ ਦੂਸਰੀ ਲਾਈਨ ਦੇ ਵਿੱਚ ਕਿੰਨਾ ਡਿਫਰੈਂਸ ਰੱਖਦੇ ਹਾਂ ਔਰ ਇਸ ਨੂੰ ਆਪਾਂ ਆਪਣੇ ਤਰੀਕੇ ਨਾਲ ਕਰ ਸਕਦੇ ਹਾਂ, ਆਪਣੇ ਰਿਕੁਆਇਰਮੈਂਟ ਦੇ ਅਕੋਰਡਿੰਗ ਆਪਾਂ ਕਰ ਸਕਦੇ ਹਾਂ। ਮੋਸਟਲੀ ਜਿੱਦਾਂ ਆਪਾਂ ਸਾਰੇ ਜਾਣਦੇ ਹਾਂ ਕਿ ਜਦੋਂ ਆਪਾਂ ਕੋਈ ਲੀਗਲ ਡਾਕੂਮੈਂਟ ਤਿਆਰ ਕਰਦੇ ਹਾਂ ਤਾਂ ਉਹਦੇ ਵਿੱਚ ਡਬਲ ਲਾਈਨ ਸਪੇਸਿੰਗ ਦਿੱਤੀ ਜਾਂਦੀ ਹੈ, ਅਤੇ ਜੇ ਆਪਾਂ ਕੋਈ ਨੋਰਮਲ ਡਾਕੂਮੈਂਟ ਤਿਆਰ ਕਰਦੇ ਹਾਂ ਤਾਂ ਉਹਦੇ ਵਿੱਚ ਸਿੰਗਲ ਲਾਈਨ ਸਪੇਸਿੰਗ ਦਿੱਤੀ ਜਾਂਦੀ ਆ। ਸੋ ਇਸ ਦੇ ਅਕੋਰਡਿੰਗ ਆਪਾਂ ਇਸ ਨੂੰ ਤਿਆਰ ਕਰ ਸਕਦੇ ਹਾਂ। ਕਿਸ ਤਰ੍ਹਾਂ ਹੁੰਦਾ ਹੈ ਸਾਰਾ, ਆਓ ਦੇਖਦੇ ਹਾਂ। ਇਟ ਇਜ਼ ਦਾ ਸਪੇਸ ਬਿਟਵੀਨ ਈਚ ਲਾਈਨ ਇਨ ਅ ਪੈਰਾਗ੍ਰਾਫ। ਵਰਡ ਅਲਾਓ ਯੂ ਟੂ ਕਸਟਮਾਈਜ਼ ਦਾ ਲਾਈਨ ਸਪੇਸਿੰਗ ਟੂ ਦਾ ਸਿੰਗਲ ਸਪੇਸਡ ਕੰਟਰੋਲ L ਸ਼ਾਰਟਕਟ ਕੀ ਹੈ ਉਹਦੇ ਲਈ, ਡਬਲ ਸਪੇਸ ਦੇ ਲਈ ਕੰਟਰੋਲ ਕੰਟਰੋਲ 1, ਔਰ ਡਬਲ ਸਪੇਸ ਲਈ ਕੰਟਰੋਲ +2, 1 ਐਂਡ ਹਾਫ ਲਾਈਨ ਸਪੇਸ ਦੇ ਲਈ ਆਪਾਂ ਕੰਟਰੋਲ +5 ਯੂਜ਼ ਕਰਦੇ ਹਾਂ, ਐਂਡ ਐਨੀ ਅਦਰ ਅਮਾਊਂਟ ਯੂ ਵਾਂਟ। ਉਹਦੇ ਵਿੱਚ ਜਦੋਂ ਆਪਾਂ ਜੇ ਆਪਾਂ ਪੈਰਾਗ੍ਰਾਫ ਸੈਟਿੰਗ ਦੇ ਵਿੱਚ ਜਾਵਾਂਗੇ ਤਾਂ ਸਾਡੇ ਕੋਲ ਲਾਈਨ ਸਪੇਸਿੰਗ ਦੀ ਆਪਸ਼ਨ ਆਉਂਦੀ ਹੈ, ਉਸ ਤੋਂ ਵੀ ਆਪਾਂ ਉਹਨੂੰ ਮਤਲਬ ਕਿ ਸਿਲੈਕਟ ਕਰ ਸਕਦੇ ਹਾਂ। ਸਾਡੇ ਕੋਲ ਉੱਥੇ ਲਿਖਿਆ ਹੁੰਦਾ ਹੈ ਵੀ ਕਿੰਨੀ ਲਾਈਨ ਸਪੇਸਿੰਗ ਆਪਾਂ ਚਾਹੁੰਦੇ ਹਾਂ, ਔਰ ਉਹਦੇ ਵਿੱਚ ਆਪਾਂ ਬਿਫੋਰ ਅਤੇ ਆਫਟਰ ਪੈਰਾਗ੍ਰਾਫ ਲਾਈਨ ਸਪੇਸਿੰਗ ਜੇ ਖਤਮ ਕਰਨੀ ਹੋਵੇ ਤਾਂ ਉਸਨੂੰ ਵੀ ਆਪਾਂ ਕਰ ਸਕਦੇ ਹਾਂ। ਨਾਓ ਨੈਕਸਟ ਇਜ਼ ਦਾ ਬੁਲੇਟ ਐਂਡ ਨੰਬਰਿੰਗ। ਸੋ ਸਮਟਾਈਮਸ ਡਾਕੂਮੈਂਟ ਦੇ ਵਿੱਚ ਸਾਨੂੰ ਕੁਝ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਚਾਹੁੰਦੇ ਹਾਂ ਕਿ ਹਾਈਲਾਈਟ ਕੀਤਾ ਜਾਵੇ ਔਰ ਉਹ ਸਪੈਸ਼ਲ ਉਹਦੇ ਲਈ ਕੋਈ ਸਾਈਨ ਦਿੱਤੇ ਜਾਣ, ਤਾਂ ਉਹਦੇ ਲਈ ਅਸੀਂ ਬੁਲੇਟਸ ਯੂਜ਼ ਕਰਦੇ ਹਾਂ। ਜਾਂ ਸਮਟਾਈਮਸ ਵੀ ਜਿੱਦਾਂ ਕਿ ਆਪਾਂ ਇਹਦੇ ਵਿੱਚ ਹੀ ਦੇਖ ਰਹੇ ਹਾਂ, ਜਿੱਦਾਂ ਨੈਕਸਟ ਪੁਆਇੰਟ ਦੇ ਉੱਤੇ ਅੱਗੇ ਉਹਨਾਂ ਲਿਖਿਆ 1.3, ਇਟ ਮੀਨਸ ਇਹਨੂੰ ਨੰਬਰਿੰਗ ਦਿੱਤੀ ਗਈ ਹੈ ਤਾਂ ਆਪਾਂ ਉਸਨੂੰ ਨੰਬਰਿੰਗ ਵੀ ਦੇ ਸਕਦੇ ਹਾਂ, ਔਰ ਉਹ ਆਟੋਮੈਟਿਕ ਵੀ ਦੇ ਸਕਦੇ ਹਾਂ, ਉਹ ਮੈਨੂਅਲੀ ਵੀ ਆਪਾਂ ਨੂੰ ਕਰ ਸਕਦੇ ਹਾਂ। ਸੋ ਨੈਕਸਟ ਸਾਡੇ ਕੋਲ ਹੈ ਵਰਕਿੰਗ ਵਿਦ ਫੌਂਟਸ। ਫੌਂਟ ਦੇ ਬਾਰੇ ਆਪਾਂ ਅੱਗੇ ਵੀ ਗੱਲ ਕੀਤੀ ਕਿ ਜਿਹੜਾ ਫੌਂਟ ਹੈ ਉਹਦਾ ਆਪਾਂ ਕਲਰ, ਸਟਾਈਲ, ਸਾਈਜ਼ ਕਿਸ ਤਰ੍ਹਾਂ ਚੇਂਜ ਕਰਦੇ ਹਾਂ, ਉਹਦੇ ਬਾਰੇ ਹੁਣ ਆਪਾਂ ਡਿਟੇਲ 'ਚ ਪੜ੍ਹਦੇ ਹਾਂ। A font is a graphically representation of the text that may include different type, space, point size or color. We can change the font and text document using the different. ਕਿਸ ਤਰੀਕੇ ਨਾਲ ਆਪਾਂ ਉਹਨੂੰ ਚੇਂਜ ਕਰ ਸਕਦੇ ਹਾਂ, ਆਓ ਦੇਖਦੇ ਹਾਂ। ਸੋ ਸਭ ਤੋਂ ਪਹਿਲਾਂ ਚੇਂਜ ਦਾ ਫੌਂਟ। ਜੇ ਆਪਾਂ ਫੌਂਟ ਨੂੰ ਚੇਂਜ ਕਰਨਾ ਚਾਹੁੰਦੇ ਹਾਂ ਤਾਂ ਉਹਦੇ ਲਈ ਸਾਡੇ ਕੋਲ ਕੀ ਹੈ, ਆਪਾਂ ਦੇਖ ਸਕਦੇ ਹਾਂ ਕਿ ਸਾਡੇ ਕੋਲ ਇਹਦੇ ਵਿੱਚ ਜਿਸ ਤਰੀਕੇ ਨਾਲ ਕਿ ਟਾਈਮਜ਼ ਰੋਮਨ ਆਲਰੇਡੀ ਦਿਖਿਆ ਹੋਇਆ, ਟਾਈਮਜ਼ ਰੋਮਨ, ਔਰ ਇਹ ਜਿਹੜਾ ਟਾਈਮਜ਼ ਰੋਮਨ ਹੈ ਇਹ ਬਾਈ ਡਿਫਾਲਟ ਆਫਿਸ ਵਿੱਚ ਪਹਿਲਾਂ ਆਉਂਦਾ ਹੁੰਦਾ ਸੀਗਾ। ਹੁਣ ਬਾਈ ਡਿਫਾਲਟ ਜਿਹੜਾ ਸਾਡੇ ਕੋਲ ਫੌਂਟ ਆਉਂਦਾ ਹੈ, ਸ਼ੋ ਹੁੰਦਾ ਹੈ, ਦੈਟ ਇਜ਼ ਕੈਲੀਬਰੀ। ਇਹ ਸਾਡੇ ਕੋਲ ਬਾਈ ਡਿਫਾਲਟ ਸ਼ੋ ਹੁੰਦਾ ਹੈ, ਔਰ ਜਿਸ ਤਰ੍ਹਾਂ ਇਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਬਾਈ ਡਿਫਾਲਟ ਜਿਹੜਾ ਸਾਈਜ਼ ਹੈ ਉਹ 12 ਹੈ। ਸੋ ਨਾਓ ਇਟਸ ਬਿਕਮ 11। ਹੁਣ ਬਾਈ ਡਿਫਾਲਟ ਜਿਹੜਾ ਫੌਂਟ ਸਾਈਜ਼ ਸਾਡੇ ਕੋਲ MS ਵਰਡ ਦੇ ਵਿੱਚ ਖੁੱਲ੍ਹਦਾ ਹੈ ਉਹ 11 ਹੁੰਦਾ ਹੈ।
ਤੇ ਆਪਾਂ ਉਸ ਨੂੰ ਆਪਣੀ ਰਿਕੁਆਇਰਮੈਂਟ ਦੇ ਅਕੋਰਡਿੰਗ ਆਪਾਂ ਉਹਨੂੰ ਚੇਂਜ ਕਰ ਸਕਦੇ ਹਾਂ। ਸੋ ਆਪਾਂ ਇਸ ਵਿੱਚ ਆਪਾਂ ਸਿਰਫ ਫੌਂਟ ਬਾਰੇ ਗੱਲ ਕਰ ਰਹੇ ਹਾਂ, ਸਾਈਜ਼ ਬਾਰੇ ਨੈਕਸਟ ਗੱਲ ਕਰਾਂਗੇ। ਸੋ ਫੌਂਟ ਸਟਾਈਲ ਨੂੰ ਜਿਹੜਾ ਆਪਾਂ ਚੇਂਜ ਕਰਨ ਦੇ ਲਈ ਆ ਜਿਹੜਾ ਸਾਡੇ ਕੋਲ ਇਸ ਜਗ੍ਹਾ ਤੇ ਜਿਹੜਾ ਐਰੋ ਹੈ, ਇਸ ਨੂੰ ਆਪਾਂ ਜਦੋਂ ਕਲਿੱਕ ਕਰਦੇ ਹਾਂ ਤੇ ਉਹ ਆਟੋਮੈਟਿਕਲੀ ਸਾਡੇ ਕੋਲ ਪੂਰੀ ਲਿਸਟ ਜਿਹੜੇ ਸਾਡੇ ਜਿੰਨੇ ਕੁ ਫੌਂਟ ਸਾਡੇ ਉਹਦੇ ਵਿੱਚ MS ਆਫਿਸ ਦੇ ਵਿੱਚ ਸਾਡੀ ਵਿੰਡੋਜ਼ ਦੇ ਵਿੱਚ ਸਟੋਰ ਨੇ ਉਹ ਖੁੱਲ ਜਾਂਦੇ ਨੇ, ਔਰ ਆਪਾਂ ਉਸ ਨੂੰ ਉਹਦੇ ਅਕੋਰਡਿੰਗ ਆਪਣੇ ਆਪ ਜਿਹੜਾ ਵੀ ਸਾਨੂੰ ਫੌਂਟ ਦੀ ਲੋੜ ਆ ਉਹ ਆਪਾਂ ਸਿਲੈਕਟ ਕਰ ਸਕਦੇ ਹਾਂ। ਦੈਨ ਇਸ ਤੋਂ ਬਾਅਦ ਹੈ ਚੇਂਜ ਦਾ ਡਿਫਾਲਟ ਫੌਂਟ ਸੈਟਿੰਗਸ। ਸੋ ਕਿਸ ਤਰ੍ਹਾਂ ਕਰਨਾ ਹੈ, ਗੋ ਟੂ ਹੋਮ ਪੇਜ, ਦੈਨ ਸਿਲੈਕਟ ਦਾ ਫੌਂਟ ਡਾਇਲੋਗ ਬਾਕਸ launcher or use keyboard shortcut key Control plus Shift plus F and Control plus D to open the font dialog box. We can set the font style, normal, bold, italics जो भी ਆਪਾਂ ਕਰਨਾ ਚਾਹੁੰਦੇ ਹਾਂ, font size using the dialog box as shown in the figure. ਫੌਂਟ ਕਲਰ ਦੇ ਲਈ ਵੀ ਆਪਣੇ ਕੋਲ ਆਪਸ਼ਨ ਹੁੰਦੀ ਹੈ। ਫੌਂਟ ਬਾਰ ਜਿਹੜਾ ਆਪਣੇ ਕੋਲ ਫੌਂਟ ਦਾ ਫਾਰਮੈਟਿੰਗ ਬਾਰ ਦੇ ਵਿੱਚ ਫੌਂਟ ਨਜ਼ਰ ਆਉਂਦੇ ਹੁੰਦੇ ਜਿੱਥੇ, ਉਹਦੇ ਨਾਲ ਹੀ ਉਹਦੇ ਕਲਰਸ ਬਣੇ ਹੁੰਦੇ ਆ। ਜਿਹੜਾ ਵੀ ਕਲਰ ਆਪਾਂ ਕਰਨਾ ਚਾਹੀਏ ਉਸ ਨੂੰ ਆਪਾਂ ਕਰ ਸਕਦੇ ਹਾਂ। ਸੋ ਦੇਖਦੇ ਹਾਂ ਕਿਸ ਤਰੀਕੇ ਨਾਲ ਕਰਦੇ ਹਾਂ। ਵੀ ਕੈਨ ਚੇਂਜ ਦਾ ਕਲਰ ਆਫ ਦਾ ਫੌਂਟ as per our requirement. To change the font color, select the text you want to change, click the downward pointing arrow on the font color button and formatting toolbar. A color palette appear। ਇਸ ਤਰੀਕੇ ਨਾਲ ਸਾਡੇ ਕੋਲ ਉਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋਗੇ ਕਿ ਸਾਡੇ ਕੋਲ ਕਲਰ ਦਾ ਇੱਕ ਖੁੱਲ ਜਾਏਗਾ ਬਾਕਸ ਜਿਹਾ, ਔਰ ਉਹਦੇ ਵਿੱਚ ਬਹੁਤ ਸਾਰੇ ਕਲਰ ਬਣੇ ਹੁੰਦੇ ਨੇ। ਜਿਹੜਾ ਵੀ ਕਲਰ ਆਪਾਂ ਚਾਹੁੰਦੇ ਹਾਂ ਕਰਨਾ ਉਸ ਨੂੰ ਆਪਾਂ ਸਿਲੈਕਟ ਕਰ ਸਕਦੇ ਹਾਂ ਤੇ ਉਹ ਕਲਰ ਸਾਡੇ ਕੋਲ ਉਸ ਤਰ੍ਹਾਂ ਅਪੀਅਰ ਹੋ ਜਾਏਗਾ। ਦੈਨ ਹੈ ਅੰਡਰਲਾਈਨ ਸਟਾਈਲ। ਸੋ ਆਪਾਂ ਕਿਸੇ ਪਰਟੀਕੂਲਰ ਟੈਕਸਟ ਨੂੰ ਜੇ ਆਪਾਂ ਅੰਡਰਲਾਈਨ ਕਰਨਾ ਚਾਹੁੰਦੇ ਹਾਂ ਤਾਂ ਉਹਦੇ ਵਿੱਚ ਆਪਾਂ ਅੰਡਰਲਾਈਨ ਸਟਾਈਲ ਨੂੰ यूज़ कर सकते हैं। कंटेन मल्टीपल टाइप्स ऑफ अंडरलाइन स्टाइल यूजिंग चेंजिंग द टेक्स्ट एंड अंडर होम टैब बटन फॉन्ट ग्रुप्स ओपन अंडरलाइन ऑप्शन एंड सेलेक्ट अंडरलाइन कलर। क्लिक अंडरलाइन कलर टू चेंज इट्स कलर। यू कैन पिक one from the color palette। सो उस तो आप अपना कलर चूज कर सकते हैं। इफेक्ट्स, देयर आर other option as well as like strike through, double strike, superscript, subscript, shadow, outline, small caps, all caps and hidden। Thus this was all about the basic editing of the word। ਸੋ ਵਿਦਿਆਰਥੀਆਂ ਨੂੰ ਮੈਂ ਖਾਸ ਚੀਜ਼ ਇੱਥੇ ਦੱਸਣਾ ਚਾਹੁੰਦਾ, ਸਾਡੇ ਕੋਲ ਇਹਦੇ ਵਿੱਚ ਦੋ ਚੀਜ਼ਾਂ ਆਈਆਂ ਨੇ, ਸੁਪਰਸਕ੍ਰਿਪਟ ਤੇ ਸਬਸਕ੍ਰਿਪਟ। ਜਨਰਲੀ ਜੇ ਆਪਾਂ ਮੈਥਮੈਟਿਕਸ ਦੀ ਰਿਗਾਰਡਿੰਗ ਆਪਾਂ ਗੱਲ ਕਰੀਏ ਕਿ ਜੇ ਆਪਾਂ ਮੈਥ ਦੇ ਕੋਈ ਚੀਜ਼ ਨੂੰ ਲਿਖ ਰਹੇ ਹਾਂ, ਜਿੱਦਾਂ ਮੰਨ ਲਓ ਆਪਾਂ x ਰੇਜ਼ ਟੂ ਪਾਵਰ y ਲਿਖਣਾ ਵਾ ਜਾਂ x ਦੀ ਪਾਵਰ 2 ਲਿਖਣਾ ਵਾ, ਤਾਂ ਉਹਦੇ ਲਈ ਆਪਾਂ ਸੁਪਰਸਕ੍ਰਿਪਟ ਦੀ ਵਰਤੋਂ ਕਰਦੇ ਹਾਂ। ਇਸੇ ਤਰੀਕੇ ਨਾਲ ਜੇ ਆਪਾਂ y ਦੇ ਪੈਰਾਂ ਦੇ ਵਿੱਚ ਕੋਈ ਅੱਖਰ ਪਾਉਣਾ ਚਾਹੁੰਦੇ ਹਾਂ ਤਾਂ ਉਹਦੇ ਲਈ ਆਪਾਂ ਸਬਸਕ੍ਰਿਪਟ ਦੀ ਵਰਤੋਂ ਕਰਦੇ ਹਾਂ। ਸੋ ਇਹ ਸਾਡੇ ਕੋਲ ਇਫੈਕਟਸ ਨੇ ਜਿਹੜੇ ਆਪਾਂ ਇੱਥੋਂ ਆਮ ਡਾਕੂਮੈਂਟ ਨੂੰ ਦੇ ਕੇ ਉਹਨੂੰ ਇੱਕ ਡਿਫਰੈਂਟ ਮਤਲਬ ਕਿ ਡਾਕੂਮੈਂਟ ਬਣਾ ਸਕਦੇ ਹਾਂ ਜਿੱਦਾਂ ਕਿ ਸਾਨੂੰ ਰਿਕੁਆਇਰਡ ਹੋਏ। ਆਫਟਰ ਚੇਂਜਿੰਗ ਦਾ ਸੈਟਿੰਗ ਐਜ਼ ਪਰ ਰਿਕੁਆਇਰਮੈਂਟ we can also set them as default setting of document। to do this click on set as default button। ਮੰਨ ਲਓ ਆਪਾਂ ਇੱਕ ਵਾਰ ਕੋਈ ਚੇਂਜਸ ਕੀਤੀਆਂ ਔਰ ਅਸੀਂ ਚਾਹੁੰਦੇ ਹਾਂ ਕਿ ਚੇਂਜਸ ਸਾਡੀਆਂ ਹਰ ਡਾਕੂਮੈਂਟ ਦੇ ਵਿੱਚ ਹੋਣ, ਤੇ ਆਪਾਂ ਉਸ ਨੂੰ ਆਪਣੀ ਡਿਫਾਲਟ ਸੈਟਿੰਗ ਜੇ ਕਰ ਦਿੰਦੇ ਆ ਤੇ ਆਪਾਂ ਨੂੰ ਬਾਰ-ਬਾਰ ਉਹ ਚੇਂਜਸ ਕਰਨ ਦੀ ਲੋੜ ਨਹੀਂ ਪਏਗੀ। ਆਟੋਮੈਟਿਕਲੀ ਉਸ ਨੂੰ ਉਸੇ ਤਰ੍ਹਾਂ ਪਿਕ ਕਰੇਗਾ ਜਿਸ ਤਰ੍ਹਾਂ ਕਿ ਆਪਾਂ ਇੱਕ ਵਾਰੀ ਉਹਨੂੰ ਦੱਸ ਚੁੱਕੇ ਹਾਂ। ਦੈਨ ਹੈ ਪ੍ਰੂਫਿੰਗ। ਇਹ ਵੀ ਇੱਕ ਬਹੁਤ ਇੰਪੋਰਟੈਂਟ ਹਿੱਸਾ ਹੈ MS ਵਰਡ ਦਾ, ਕਿਉਂਕਿ ਇਹ ਸਾਨੂੰ ਉਹ ਫੀਚਰਸ ਹੈ ਜਿਹਦਾ ਸਾਨੂੰ ਇੰਨਾ ਮਜ਼ਬੂਤੀ ਦਿੰਦਾ ਹੈ ਕਿ ਜਿਹਦੇ ਨਾਲ ਆਪਾਂ ਜੇ ਸਾਡੇ ਕੋਲ ਘੱਟ ਨੌਲੇਜ ਵੀ ਹੈ ਇੰਗਲਿਸ਼ ਦੀ, ਸਾਡੇ ਕੋਲ ਮਤਲਬ ਕਿ ਗ੍ਰਾਮੈਟਿਕਲੀ ਘੱਟ ਨੌਲੇਜ ਹੈ, ਤਾਂ ਇਹ ਸਾਡੀ ਬਹੁਤ ਮਦਦ ਕਰਦਾ ਹੈ। ਸਪੈਲਿੰਗ ਮਿਸਟੇਕ ਸਾਡੀਆਂ ਜਿਹੜੀਆਂ ਨੇ ਇਹ ਠੀਕ ਕਰਦਾ ਹੈ। ਸੋ ਇਹਦੇ ਨਾਲ ਆਪਾਂ ਕੀ ਕੁਝ ਕਰ ਸਕਦੇ ਹਾਂ ਆਪਾਂ ਇਹ ਵੀ ਦੇਖਦੇ ਹਾਂ। ਵਰਡ ਕੈਨ ਆਲਸੋ ਪ੍ਰੂਫ ਰੀਡ ਆਰ ਡਾਕੂਮੈਂਟ ਟੂ ਹਾਈਲਾਈਟ other possible problems such as misplaced commas or correctly spelled word that may be used incorrectly। To make word proofread or document follow these steps। किस तरह नाल अपन करते हैं अपन देखते हैं। Click the proofing icon at the bottom of the document window। Word highlights a possible error and display a pop-up menu offering options similar to the options display ਐਟ ਦਾ ਚੂਜ਼ ਐਂਡ ਵਨ ਆਫ ਦਾ ਫਾਲੋਇੰਗ। ਸਾਨੂੰ ਉਹਦੇ ਨਾਲ ਦੀ ਕੀ ਸਹੀ ਕੀ ਹੈ, ਗ੍ਰਾਮੈਟਿਕਲੀ ਕੀ ਸਹੀ ਹੈ ਉਹ ਦੱਸਦਾ ਹੈ, ਔਰ ਆਪਾਂ ਉਹਨੂੰ ਚੂਜ਼ ਕਰਕੇ ਆਪਣੇ ਡਾਕੂਮੈਂਟ ਨੂੰ ਸਹੀ ਕਰ ਸਕਦੇ ਹਾਂ। ਆਟੋ ਕਰੈਕਟ। ਟੂ ਰੀਚ ਆਟੋ ਕਰੈਕਟ ਆਪਸ਼ਨ ਕਲਿੱਕ ਔਨ ਫਾਈਲ then option। when the option window pop up, choose proofing in the sidebar। you can now click the auto correct option button।
We will now see the list of word will be identified and replaced with a different them. तो ਆਪਾਂ ਜੇ ਸਾਡੇ ਕੋਲ ਕੋਈ ਮੰਨ ਲਓ ਸਪੈਲਿੰਗ ਮਿਸਟੇਕ ਹੋ ਗਈ ਆ ਔਰ ਜੇ ਆਪਾਂ ਆਪਣਾ ਆਟੋ ਕਰੈਕਟ ਬਟਨ ਨੂੰ ਔਨ ਰੱਖਿਆ ਹੋਇਆ ਤਾਂ ਉਹ ਸਾਨੂੰ ਉਹਦੇ ਨਾਲ ਦੇ ਜਿੰਨੇ ਵੀ ਕਰੈਕਟ ਮਤਲਬ ਕਿ ਵਰਡਸ ਨੇ ਉਹ ਸ਼ੋ ਕਰੇਗਾ ਔਰ ਜਿਹੜਾ ਸਾਡਾ ਵਰਡ ਆਪਾਂ ਉਹਨੂੰ ਚੂਜ਼ ਕਰਕੇ ਆਪਣੇ ਸਪੈਲਿੰਗ ਨੂੰ ਆਟੋਮੈਟਿਕਲੀ ਕਰੈਕਟ ਕਰ ਸਕਦੇ ਹਾਂ। ਗੋ ਟੂ ਆਟੋ ਕਰੈਕਟ ਟੈਬ, in the replace box type a word or phrase that you can often misspell. With the box type the correct spelling of the word, select add और वो अपने आप उसਨੂੰ ठीक कर देगा। स्पैलिंग एंड ग्रामर, और स्पैलिंग एंड ग्रामर जिस तरह कि आप पहला भी दसिया कि साड़ी ग्रामेटिकली मिस्टेक और स्पैलिंग मिस्टेक ਨੂੰ करैक्ट करता है। सो ਇਹਨੂੰ किस तरह करते हैं, क्लिक द रिव्यू टैब on the ribbon, click spelling or spelling and grammar. If the program finds spelling mistake, a dialog box appear with the first misspelled word found by the spelling checker. After you decided to resolve the misspelling, ignoring it, adding it to the program dictionary or changing it, the program moves to misspelled word. सो इस तरीके नाल आपां अपने जिहड़े हैगे आ गलत शब्दां नूं भी सही कर सकते हैं। नैक्सट साडे कोल है फाइंड एंड रिप्लेस्ड। मान लो आपां डॉकूमेंट दे विच बहुत सारियां चीज़ां समटाइम्स आपां लिखियां हुंदियां ने और पूरे डॉकूमेंट दे विचों आपां कोई पर्टिकुलर चीज़ लभनी होवे ते सानू की है उहदे विच ध्यान रखने वाली गल कि कित्थे सानू सारा डॉकूमेंट पढ़ना पेगा और फिर सानू चीज़ लभेगी। और उन्होंने आसान तरीके नाल करन लई साडे कोल MS वर्ड दे विच एक प्रोविजन है जिहड़ा फाइंड एंड रिप्लेस दी है। और ਉਹਦੇ ਲਈ ਆਪਾਂ ਕੀ ਕਰਨਾ ਹੁੰਦਾ, Ctrl+F ਸ਼ਾਰਟਕਟ ਕੀ ਦੀ ਵਰਤੋਂ ਦੇ ਨਾਲ ਜਦੋਂ ਆਪਾਂ Ctrl+F ਪ੍ਰੈਸ ਕਰਦੇ ਹਾਂ ਤਾਂ ਸਾਡੇ ਕੋਲ ਫਾਈਂਡ ਐਂਡ ਰਿਪਲੇਸ ਪੌਪਅਪ ਮੈਨੂ ਖੁੱਲ ਜਾਂਦਾ ਹੈ। ਔਰ ਉਹਦੇ ਵਿੱਚ ਆਪਾਂ ਫਾਈਂਡ ਵਾਲੇ ਦੇ ਵਿੱਚ ਸਰਚ ਜਾ ਕੇ ਜਦੋਂ ਆਪਣਾ ਮਤਲਬ ਜਿਹੜਾ ਚੀਜ਼ ਆਪਾਂ ਸਰਚ ਕਰਨੀ ਚਾਹੁੰਦੇ ਉਸ ਨੂੰ ਲਿਖਦੇ ਹਾਂ ਤਾਂ ਪੂਰੇ ਡਾਕੂਮੈਂਟ ਦੇ ਵਿੱਚ ਜਿੱਥੇ ਜਿੱਥੇ ਵੀ ਉਹ ਚੀਜ਼ ਲਿਖੀ ਆ ਉਹ ਸਾਨੂੰ ਦੱਸ ਦਿੰਦਾ ਹੈ ਕਿ ਇਸ ਡਾਕੂਮੈਂਟ ਵਿੱਚ ਇੱਥੇ ਇੱਥੇ ਆਹ ਵਾਲਾ ਵਰਡ ਜਿਹੜਾ ਉਹ ਲਿਖਿਆ ਗਿਆ। ਔਰ ਉਸ ਵਰਡ ਨੂੰ ਜੇ ਆਪਾਂ ਕਿਸੇ ਪਾਰਟੀਕੂਲਰ ਵਰਡ ਨਾਲ ਚੇਂਜ ਕਰਨਾ ਚਾਹੁੰਦੇ ਹਾਂ ਤਾਂ ਦੈਨ ਆਪਾਂ ਰਿਪਲੇਸ ਉਸੇ ਪੌਪਅਪ ਮੈਨੂ ਤੇ ਜਿਹੜੀ ਨੈਕਸਟ ਟੈਬ ਉੱਤੇ ਜਿਹੜਾ ਰਿਪਲੇਸ ਲਿਖਿਆ ਉਹਨੂੰ ਕਲਿੱਕ ਕਰਦੇ ਹਾਂ ਰਿਪਲੇਸ ਬਟਨ ਤੇ, ਤਾਂ ਉਹ ਕੀ ਕਰਦਾ ਕਿ ਸਾਡੇ ਕੋਲ ਦੂਸਰਾ ਇੱਕ ਹੋਰ ਨਾਲ ਬਾਰ ਖੁੱਲਦਾ, ਉਹ 'ਚ ਆਪਾਂ ਰਿਪਲੇਸ ਬਟਨ ਰਿਪਲੇਸ ਬਾਰ ਦੇ ਵਿੱਚ ਉਸ ਨੂੰ ਫਿਲ ਕਰਦੇ ਹਾਂ ਔਰ ਜਿੱਦਾਂ ਹੀ ਆਪਾਂ ਰਿਪਲੇਸ ਆਲ ਤੇ ਕਲਿੱਕ ਕਰਦੇ ਹਾਂ ਸਾਰੇ ਵਰਡਸ ਨੂੰ ਆਟੋਮੈਟਿਕਲੀ ਉਹ ਇੱਕ ਬਾਰ ਦੇ ਵਿੱਚ ਹੀ ਚੇਂਜ ਕਰ ਦਿੰਦਾ ਹੈ। ਨੈਕਸਟ ਸਾਡੇ ਕੋਲ ਹੈ ਪੇਜ ਸੈਟਅਪ। ਸੋ ਮੋਸਟ ਇੰਪੋਰਟੈਂਟ ਕਿਉਂਕਿ ਆਪਾਂ ਡਾਕੂਮੈਂਟ ਦੀ ਗੱਲ ਕਰ ਰਹੇ ਹਾਂ। ਸੋ ਡਾਕੂਮੈਂਟ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਸਾਨੂੰ ਆਪਣਾ ਡਾਕੂਮੈਂਟ ਤਿਆਰ ਕਰਨ ਤੋਂ ਪਹਿਲਾਂ ਇਸ ਗੱਲ ਨੂੰ ਧਿਆਨ 'ਚ ਰੱਖਣਾ ਹੁੰਦਾ ਹੈ ਕਿ ਸਾਡੇ ਡਾਕੂਮੈਂਟ ਦਾ ਜਿਹੜਾ ਪੇਜ ਹੈ ਉਹਦਾ ਸਾਈਜ਼ ਕੀ ਹੋਏਗਾ, ਵੈਦਰ ਵੀ ਹੈਵ ਯੂਜ਼ ਦਾ ਲੈਟਰ ਸਾਈਜ਼, whether we have to use A4 size, whether we have used the A3 size or legal size। जो भी अपना डॉक्यूमेंट के पेज का साइज़ रहने वाला है उस दे अकॉर्डिंग आप अपने पेज की सैटिंग करते हैं, उन्होंने सैटअप करते हैं। सो इस ये की है आप देखते हैं। सो सब तो पहला है मार्जिन। मार्जिन जिदा कि आप सारे पता वा कि मार्जिन का मतलब होंगे भी किस किन्ना हाशिया आप छड़ना, मतलब जोड़ा आप डॉक्यूमेंट तैयार कर रहे हैं वो लैफ्ट राइट टॉप बॉटम तो आप किन्ना किन्ना पेज छड़ना है वो साडा मार्जिन है। और उसनू मार्जिन के सैटअप के लिए आप पेज सैटअप से जाने तो साडे कोल सब तो पहली जी टैब आती है वो मार्जिन की आती है और वो लिखा आता है कि टॉप लैफ्ट बॉटम और राइट साइड तो कितना छड़ना है। सो ये सारिया चीज़ां जिहड़ियां आपां इत्थों चेंज कर सकते हैं, अपनी जरूरत के अकॉर्डिंग आपां कर सकते हैं। बाय डिफॉल्ट ये सारियां 1-1 इंच होंदियां ने। नैक्सट साडे कोल है ओरीएंटेशन। पेज ओरीएंटेशन रेफर्स टू द डायरैक्शन इन विच द डॉक्यूमेंट इज़ प्लेस्ड। कहने का भाव है कि की आपां उसनूं पोर्ट्रेट रखना चाहते हैं या लैंडस्केप रखना चाहते हैं। सो जिस तरीके नाल भी आपां रखना वा, जे आपां उसनूं लैंडस्केप रखना चाहते हैं तो आप लैंडस्केप वाली बटन पर क्लिक करांगे तो पेपर जो साडा लैंडस्केप साइज़ दे विच आ जाएगा, अदरवाइज वो बाय डिफॉल्ट पोर्ट्रेट साइज़ दे विच होएगा। सैट द चेंज ऑफ ओरीएंटेशन और इस तरीके नाल आप अपनी ओरीएंटेशन चेंज कर सकते हैं। दैन पेपर साइज़ जिद्दां मैं पहलां भी गल की कि आप किहड़े पेपर के उत्ते अपना प्रिंट चाहते हैं, कितने साइज़ दे विच चाहते हैं, भी आप लैटर साइज़ चाहते हैं, लीगल साइज़ चाहते हैं या A4 साइज़ चाहते हैं। जो भी अपना पेपर साइज़ है आप उसनूं उत्थों सैट कर सकते हैं और वो अपने आप उन्होंने सारे नूं चेंज कर देगा। पेज बॉर्डर। सो साडे कोल MS वर्ड दे विच पेज का बॉर्डर बनाने की भी ऑप्शन होंदी है जिहदे विच बहुत सारे डिज़ाइन स्टाइल होंदे आ। इस तो इलावा आपां अपने वालों भी
ਔਨ ਵੈਬ ਵੀ ਜਿਹੜੇ ਹੈਗੇ ਬਾਰਡਰ ਸਟਾਈਲ ਯੂਜ਼ ਕਰ ਸਕਦੇ ਹਾਂ। ਜੇ ਆਪਾਂ ਨੂੰ ਲੱਗਦਾ ਹੈ ਕਿ ਸਾਨੂੰ ਬਾਰਡਰ ਦੀ ਲੋੜ ਹੈ ਤਾਂ ਆਪਾਂ ਉਸ ਨੂੰ ਪੇਜ ਐਂਡ ਬਾਰਡਰ ਪੇਜਸ ਬਾਰਡਰ ਦੇ ਵਿੱਚ ਜਾ ਕੇ ਇਨਸਰਟ ਕਰ ਸਕਦੇ ਹਾਂ। ਬਾਰਡਰ ਐਂਡ ਸ਼ੇਡਿੰਗ ਦੇ ਵਿੱਚ ਸਾਡੇ ਕੋਲ ਸ਼ੋ ਹੋ ਜਾਏਗਾ ਕਿਹੜੀ ਆਪਾਂ ਚਾਰੋਂ ਸਾਈਡਾਂ ਤੇ ਬਾਰਡਰ ਚਾਹੁੰਦੇ ਹਾਂ ਜਾਂ ਸਿਰਫ 3 ਸਾਈਡਾਂ ਤੇ ਚਾਹੁੰਦੇ ਹਾਂ, ਜੋ ਵੀ ਹੈ, ਔਰ ਉਹਦੇ ਵਿੱਚ ਕਿੰਨੇ ਸਾਰੇ ਸਾਡੇ ਕੋਲ ਡਿਜ਼ਾਈਨ ਨੇ। ਜਿਸ ਤਰ੍ਹਾਂ ਦਾ ਵੀ ਆਪਾਂ ਚਾਹੀਏ ਉਸ ਤਰ੍ਹਾਂ ਦਾ ਆਪਾਂ ਬਾਰਡਰ ਸਿਲੈਕਟ ਕਰ ਸਕਦੇ ਹਾਂ। ਸੋ ਸਰ ਨੈਕਸਟ ਸਾਡੇ ਕੋਲ ਹੈ ਪ੍ਰਿੰਟ ਰਿਵਿਊ ਐਂਡ ਪ੍ਰਿੰਟ ਪ੍ਰੀਵਿਊ ਐਂਡ ਪ੍ਰਿੰਟ। ਸੋ ਪ੍ਰਿੰਟ ਪ੍ਰੀਵਿਊ ਕੀ ਹੈ? ਪੇਪਰ ਡਾਕੂਮੈਂਟ ਤਿਆਰ ਕਰਨ ਤੋਂ ਬਾਅਦ ਆਪਾਂ ਸਾਰੇ ਜਣੇ ਇਸ ਤੋਂ ਪਹਿਲਾਂ ਕਿ ਆਪਾਂ ਆਪਣੇ ਪੇਪਰ ਦਾ ਪ੍ਰਿੰਟ ਕੱਢੀਏ, ਆਪਾਂ ਉਸ ਦਾ ਪ੍ਰਿੰਟ ਪ੍ਰੀਵਿਊ ਦੇਖ ਸਕਦੇ ਹਾਂ ਤਾਂ ਕਿ ਸਾਨੂੰ ਪਤਾ ਲੱਗ ਸਕੇ ਪ੍ਰਿੰਟ ਨਿਕਲਣ ਤੋਂ ਪਹਿਲਾਂ ਕਿ ਉਹ ਸਾਡਾ ਜਿਹੜਾ ਡਾਕੂਮੈਂਟ ਉਹ ਪੇਜ 'ਤੇ ਕਿਸ ਤਰ੍ਹਾਂ ਦਾ ਨਜ਼ਰ ਆਏਗਾ। ਸੋ ਪ੍ਰਿੰਟ ਪ੍ਰੀਵਿਊ ਦੇ ਲਈ ਆਪਾਂ ਫਾਈਲ ਮੈਨੂ ਦੇ ਵਿੱਚ ਜਾ ਕੇ ਪ੍ਰਿੰਟ 'ਤੇ ਜਾ ਕੇ ਜਦੋਂ ਪ੍ਰਿੰਟ 'ਤੇ ਕਲਿੱਕ ਕਰਦੇ ਹਾਂ ਤਾਂ ਸਾਡੇ ਕੋਲ ਪ੍ਰਿੰਟ ਪ੍ਰੀਵਿਊ ਦੀ ਜਿਹੜੀ ਆ ਉਹ ਆਪਸ਼ਨ ਆ ਜਾਂਦੀ ਹੈ। ਔਰ ਇਹਦੀ ਆਪਾਂ ਜਿਹੜੀ ਹੈਗੀ ਆ ਸ਼ਾਰਟਕਟ ਵੀ ਆਪਾਂ ਆਪਣਾ ਬਣਾ ਕੇ ਆਪਣੇ MS ਵਰਡ ਦੇ ਵਿੱਚ ਰੱਖ ਸਕਦੇ ਹਾਂ, ਜਿਹਦੇ ਨਾਲ ਕਿ ਇੱਕ ਮੈਗਨੀਫਾਇਰ ਟਾਈਪ ਦਾ ਆਪਣੇ ਕੋਲੋਂ ਸਾਈਨ ਸ਼ੋ ਹੁੰਦਾ, ਜਿਸ 'ਤੇ ਆਪਾਂ ਜੇ ਕਲਿੱਕ ਕਰਾਂਗੇ ਤਾਂ ਸਾਨੂੰ ਉਹ ਪ੍ਰਿੰਟ ਪ੍ਰੀਵਿਊ ਸ਼ੋ ਕਰੇਗਾ। ਇਸੇ ਤਰੀਕੇ ਨਾਲ ਸਾਡੇ ਕੋਲ ਨੈਕਸਟ ਆਉਂਦੀ ਪ੍ਰਿੰਟ ਦੀ ਕਮਾਂਡ। ਜੇ ਸਾਨੂੰ ਲੱਗਦਾ ਕਿ ਸਾਡਾ ਜਿਹੜਾ ਡਾਕੂਮੈਂਟ ਆ ਉਹ ਪ੍ਰਿੰਟ ਪ੍ਰੀਵਿਊ ਦੇ ਵਿੱਚ ਬਿਲਕੁਲ ਉੱਦਾਂ ਹੀ ਸ਼ੋ ਹੋ ਰਿਹਾ ਜਿੱਦਾਂ ਕਿ ਆਪਾਂ ਚਾਹੁੰਦੇ ਸੀ, ਤੇ ਆਪਾਂ ਉਸ ਨੂੰ ਫਿਰ ਪ੍ਰਿੰਟ ਬਟਨ 'ਤੇ ਕਲਿੱਕ ਕਰਦੇ ਹਾਂ ਤੇ ਡਾਕੂਮੈਂਟ ਦੀ ਜਿਹੜੀ ਪ੍ਰਿੰਟਿੰਗ ਹੋ ਜਾਂਦੀ ਆ। ਸੋ ਗਾਈਜ਼, ਪਹਿਲੇ ਚੈਪਟਰ ਦੇ ਵਿੱਚ ਅੱਜ ਆਪਾਂ MS ਵਰਡ ਦੇ ਬਾਰੇ ਪੜ੍ਹਿਆ। ਅੱਜ ਦੇ ਲਈ ਬਸ ਇੰਨਾ ਹੀ। ਕੱਲ੍ਹ ਆਪਾਂ ਇਸੇ ਚੈਪਟਰ ਨੂੰ ਅੱਗੋਂ ਕੰਟੀਨਿਊ ਕਰਾਂਗੇ MS ਐਕਸਲ ਸੈਪਰੇਟ ਸ਼ੀਟ ਸੌਫਟਵੇਅਰ ਦੇ ਨਾਲ। ਸੋ ਸਾਰੇ ਜਣੇ ਇਸ ਚੈਪਟਰ ਨੂੰ ਇੱਕ ਵਾਰ ਆਪਨੇ ਆਪਣੀ ਕਿਤਾਬ ਤੋਂ ਦੁਬਾਰਾ ਪੜ੍ਹਨਾ ਹੈ। ਇਸ ਦੇ ਰਿਗਾਰਡਿੰਗ ਜੇ ਕੋਈ ਕੁਐਰੀ ਹੋਏ ਤੇ ਆਪ ਜੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਪੁੱਛ ਸਕਦੇ ਹੋ, ਤੇ ਮੈਂ ਆਪ ਜੀ ਨੂੰ ਉਸ ਦਾ ਜਵਾਬ ਵੀ ਦੇ ਦੂੰਗਾ। ਔਰ ਇਹਦੀ ਜਿਹੜੀ ਐਕਸਰਸਾਈਜ਼ ਆ ਉਸ ਨੂੰ ਵੀ, ਉਹਦੀਆਂ ਜਿਹੜੀਆਂ ਸ਼ੀਟਸ ਨੇ ਉਹ ਆਪ ਜੀ ਨੂੰ ਭੇਜ ਦਿੱਤੀਆਂ ਗਈਆਂ ਨੇ, ਤਾਂ ਉਸ ਨੂੰ ਵੀ ਤੁਸੀਂ ਸੋਲਵ ਕਰਨਾ ਹੈ ਤੇ ਆਪਣੀ ਕਾਪੀਆਂ 'ਤੇ ਵੀ ਨੋਟ ਕਰਨਾ ਹੈ। ਸੋ ਥੈਂਕਸ ਅ ਲੋਟ, ਥੈਂਕ ਯੂ ਵੈਰੀ ਮਚ।